a South Asian Canadian channel. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਦਰਜੀਤ ਸਿੰਘ ਬਖਸ਼ੀ ਇੱਕ ਵਾਰ ਫਿਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤੁਹਾਡੇ ਨਾਲ ਜੁੜ ਰਿਹਾ ਤੇ ਮੇਰੇ ਨਾਲ ਸਿੱਖ ਮਸਲਿਆਂ ਤੇ ਗੱਲਬਾਤ ਕਰਨ ਦੇ ਲਈ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ, ਉਹਨਾਂ ਦਾ ਸਵਾਗਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗਰੇਵਾਲ ਸਾਹਿਬ, ਜਿਵੇਂ ਆਪਾਂ ਸਿੱਖ ਇਤਿਹਾਸ ਦੀ ਗੱਲ ਕਰਦੇ ਆ, ਅੱਜ ਆਈਟੀ ਦੀ ਜੇਕਰ ਗੱਲ ਕਰੀਏ, ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਜਿਹੜਾ ਹੈਗਾ ਉਹਨੇ ਪ੍ਰਸਾਰ ਕੀਤਾ ਤੇ ਐਸਜੀਪੀਸੀ ਜਿਹੜੀ ਹੈਗੀ ਹੈ ਸਿੱਖ ਇਤਿਹਾਸ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਕਿਵੇਂ ਪਹੁੰਚਾਵੇ, ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਕੀਤੇ ਜਾ ਰਹੇ ਆ? ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢਲਾ ਫਰਜ਼ ਹੀ ਹੈ ਪ੍ਰਚਾਰ ਕਰਨਾ। ਬਿਲਕੁਲ, ਗੁਰੂ ਸਿਧਾਂਤ ਦਾ ਪ੍ਰਚਾਰ ਕਰਨਾ, ਗੁਰਦੁਆਰਾ ਸਾਹਿਬ ਦੇ ਸੁਚਾਰੂ ਪ੍ਰਬੰਧ ਚਲਾਉਣੇ ਤੇ ਖਾਸ ਤੌਰ ਤੇ ਜੋ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੇ ਭਲੇ ਲਈ ਜੋ ਕਾਰਜ ਕੀਤੇ ਗਏ, ਚਾਹੇ ਕਿਸੇ ਦੀ ਸਿਹਤ ਸੇਵਾ, ਚਾਹੇ ਕੋਈ ਵਿੱਦਿਆ ਵਾ, ਚਾਹੇ ਕੋਈ ਔਖੀ ਘੜੀ ਆ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬ ਦੇ ਦਿੱਤੇ ਮਾਰਗ ਦਾ ਕੰਮ ਕਰਦੀ ਹੈ, ਜਾਂਦੀ ਹੈ, ਔਖੇ ਟਾਈਮ ਤੇ ਖੜ੍ਹਦੀ ਆ। ਹੁਣ ਜਿਹੜੇ ਪ੍ਰਚਾਰ ਦੀ ਗੱਲ ਹੈ, ਪ੍ਰਚਾਰ ਦੇ ਮਾਧਿਅਮ ਕਈ ਹੈ। ਇੱਕ ਤਾਂ ਜਿਵੇਂ ਆਪਾਂ ਕੀਰਤਨ ਦਰਬਾਰ ਹੈ, ਨਗਰ ਕੀਰਤਨ ਹੈ, ਵੱਖ-ਵੱਖ ਜਿਵੇਂ ਅਸੀਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਪ੍ਰਚਾਰਕ ਹੁਣ ਭਰਤੀ ਕੀਤੇ ਆ, ਖਾਸ ਤੌਰ ਤੇ 500 ਦੇ ਕਰੀਬ ਜਿਹੜਾ ਹੁਣ ਨਵਾਂ ਭਰਤੀ ਕੀਤਾ, ਉਹ ਸਾਰੇ ਹੀ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ, ਜ਼ੋਨ ਵੰਡੇ ਗਏ, ਉਹਨਾਂ ਦੇ ਤਹਿਤ ਵੱਡੇ ਪੱਧਰ 'ਤੇ ਹੁਣ ਜਿਹੜੀ ਹੈ ਇਹ ਹਰ ਚੀਜ਼ ਦੀ ਮੰਨ ਲਓ ਇੱਕ ਸਿਸਟਮ ਬਣਾਇਆ ਜਾ ਰਿਹਾ ਪ੍ਰਚਾਰ ਦਾ, ਉਸ ਤਰ੍ਹਾਂ ਹੋ ਰਿਹਾ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਇਲੈਕਟ੍ਰੋਨਿਕ ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਇਹ ਜਿਹੜਾ ਦੇਖੋ, ਇੱਕ ਆਮ ਸੋਸ਼ਲ ਮੀਡੀਆ ਅਤੇ ਸ਼੍ਰੋਮਣੀ ਕਮੇਟੀ ਦੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਅੰਤਰ ਹੈ, ਕਿਉਂਕਿ ਅਸੀਂ ਸਿਰਫ ਤੇ ਸਿਰਫ ਸਿਧਾਂਤਕ ਗੱਲ ਅਤੇ ਪ੍ਰਵਾਨਿਤ ਗੱਲ ਹੀ ਕਰ ਸਕਦੇ ਹਾਂ। ਸੋਸ਼ਲ ਮੀਡੀਆ ਦੇ ਵਿੱਚ ਜਾਮ ਜੋ ਕੁਝ ਪਰੋਸਿਆ ਜਾ ਰਿਹਾ ਹੈ, ਬੜੀ ਮੰਦਭਾਗੀ ਗੱਲ ਹੈ ਕਿ ਬਹੁਤ ਬੇਲੋੜਾ ਅਤੇ ਬੇਸਿਰ ਪੈਰ ਜਿਹੜਾ ਮੈਟਰ ਆ ਉਹ ਪਾਇਆ ਜਾਂਦਾ, ਉਹਦੇ ਨਾਲ ਕਈ ਜਿਹੜੇ ਮਾਮਲੇ ਜਿਹੜੇ ਆ ਦੁਬਦਾ ਵੀ ਕ੍ਰੀਏਟ ਕਰਦੇ ਆ। ਸੋ ਸ਼੍ਰੋਮਣੀ ਕਮੇਟੀ ਦੀ ਇਹ ਚੀਜ਼ ਜਿਹੜੀ ਆ ਨਾ, ਉਹਦੇ ਵਾਸਤੇ ਉਹਨੂੰ ਪੂਰੀ ਅਥੈਂਟਿਸਿਟੀ ਜਿਹੜੀ ਆ ਜਦੋਂ ਉਹਦੇ ਚੈਨਲ ਤੋਂ ਆਏਗੀ ਜਾਂ ਉਹਦੇ ਮੀਡੀਆ 'ਚੋਂ ਆਏਗੀ, ਤਾਂ ਉਹਦੀ ਹਰ ਜਿਹੜਾ ਪੂਰੇ ਸਹੀ ਮਿਆਰ ਅਤੇ ਇਤਿਹਾਸਕ ਤੱਥ ਜਿਹੜੇ ਪੂਰੇ ਹੋਣੇ ਚਾਹੀਦੇ ਆ। ਇਸ ਕਰਕੇ ਭਾਵੇਂ ਕਿ ਸੋਸ਼ਲ ਮੀਡੀਆ ਸਾਡਾ ਜਿਹੜਾ ਆਈਟੀ ਵਿੰਗ ਆ ਉਹ ਸਥਾਪਿਤ ਹੋਏ ਨੂੰ 3-4 ਸਾਲ ਹੋ ਚੁੱਕੇ ਆ, ਪਰ ਕਰੀਬ 1 ਸਾਲ ਤੋਂ ਉਹ ਜਿਹੜਾ ਆਪਣੀ ਜਿਹੜੀ ਆ ਜਗ੍ਹਾ ਜਿਹੜੀ ਆ ਚੰਗੀ ਬਣਾ ਚੁੱਕਿਆ। ਦੇਖੋ, ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਕਿ ਬੜੇ ਸਾਰੇ ਇਸ ਤਰ੍ਹਾਂ ਦੇ ਜਿਹੜੇ ਸ਼੍ਰੋਮਣੀ ਕਮੇਟੀ 'ਤੇ ਉਂਗਲ ਚੁੱਕੀ ਗਈ, ਉਹਨੂੰ ਦੋਸ਼ ਲਾਇਆ ਗਿਆ, ਤਾਂ ਸੋਸ਼ਲ ਮੀਡੀਆ ਨੇ ਬੜੇ ਵਧੀਆ ਢੰਗ ਨਾਲ ਉਹਨਾਂ ਸਾਰਿਆਂ ਨੂੰ ਮੰਨ ਲਓ ਟੈਕਲ ਕੀਤਾ ਅਤੇ ਸੰਗਤ ਨੂੰ ਇੱਕ ਸਹੀ ਜਾਣਕਾਰੀ ਜਿਹੜੀ ਆ ਮੁਹੱਈਆ ਕਰਾਈ, ਜਿਹੜੀ ਹੋਣੀ ਚਾਹੀਦੀ ਹੈ। ਸੋ ਇਹ ਨਹੀਂ ਗੱਲ ਕਿ ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜ ਨਹੀਂ ਕਰ ਰਹੀ, ਬੜਾ ਵਧੀਆ ਕਾਰਜ ਕਰ ਰਹੀ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਇਹਨੂੰ ਹੋਰ ਅੱਗੇ ਵਧਾਵਾਂਗੇ। ਬਿਲਕੁਲ ਜੀ। ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਆਪਾਂ ਹੈਗੇ ਹਾਂ ਅਤੇ ਅੱਜ ਕੇਂਦਰ ਸਰਕਾਰ ਵੀ ਵੀਰ ਬਾਲ ਦਿਵਸ ਦੇ ਤੌਰ 'ਤੇ ਜਿਹੜੇ ਆ ਉਹ ਦਿਨ ਮਨਾਉਂਦੀ ਹੈ। ਕਿ ਐਸਜੀਪੀਸੀ ਨੇ ਨਾਮ ਨੂੰ ਲੈ ਕੇ ਪਹਿਲਾਂ ਉਹਨਾਂ ਨਾਲ ਗੱਲਬਾਤ ਕੀਤੀ ਨਹੀਂ? ਕਿਉਂਕਿ ਅੱਜ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕਹਿ ਰਿਹਾ ਕਿ ਇਸ ਦਾ ਨਾਮ ਵੀਰ ਬਾਲ ਦਿਵਸ ਨਾ ਹੋ ਕੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਨੂੰ ਨਾਲ ਜਿਹੜਾ ਹੈਗਾ ਸਮਰਪਿਤ ਹੋਣਾ ਚਾਹੀਦਾ ਹੈਗਾ ਸੀ। ਮਤਲਬ ਕਿੱਥੇ ਜਿਹੜੀ ਹੈਗੀ ਆ ਉਹ ਕਹਿ ਸਕਦੇ ਹਾਂ ਕਿ ਅਜੇ ਤੱਕ ਕੇਂਦਰ ਨੇ ਨਹੀਂ ਮੰਨਿਆ, ਕੋਈ ਪਿਛਲੇ ਸਾਲ ਤੋਂ ਆਪਾਂ ਗੱਲ ਕਰਦੇ ਆ ਰਹੇ ਹੈਗੇ ਹਾਂ। ਇਹ ਦੇਖੋ, ਪਹਿਲਾਂ ਜਿਹੜਾ ਚਰਚਾ ਚੱਲੀ ਸੀ, ਬੜਾ ਨਾ ਬੇਲੋੜਾ ਦੋਸ਼ ਲਾਇਆ ਜਾਂਦਾ। ਉੱਥੇ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਬੱਚਿਆਂ ਦੇ ਨਾਲ ਸੰਬੰਧਿਤ ਦਿਨ ਹੈ ਉਹ ਜਿਹੜਾ ਵਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਮਨਾਇਆ ਜਾਵੇ। ਇਹ ਚੀਜ਼ ਦੇ ਬਾਰੇ ਵਿਚਾਰ ਜ਼ਰੂਰ ਹੋਈ, ਪਰ ਉਹਦਾ ਜਦੋਂ ਨਾਮ ਦੀ ਗੱਲ ਆਈ ਤਾਂ ਉਹ ਨਾਮ ਦੇ ਵਿੱਚ ਅਸੀਂ ਬੜੀ ਦੇਰ ਤੋਂ ਇੱਕ ਨਹੀਂ ਕਈ ਵਾਰ ਚਿੱਠੀਆਂ ਪਾ ਚੁੱਕੇ ਹਾਂ ਕਿ ਇਹ ਜਿਹੜਾ ਦਿਨ ਮਨਾਇਆ ਜਾਏਗਾ, ਕਿਉਂਕਿ ਉਹ ਬੱਚੇ ਨਹੀਂ ਹੈਗੇ। ਤੁਸੀਂ ਠੀਕ ਹੈ ਇਸ ਗੱਲ ਨੂੰ ਸਮਰਪਿਤ ਕਰਕੇ ਦਿਨ ਕਰ ਰਹੇ ਹੋ ਅਤੇ ਅਸੀਂ ਤੁਹਾਡਾ ਇਸ ਗੱਲ ਲਈ ਧੰਨਵਾਦ ਕਰਦੇ ਹਾਂ, ਤੁਸੀਂ ਚੰਗਾ ਕਰ ਰਹੇ ਹੋ। ਪਰ ਕਾਰਨ ਕੀ ਸੀ ਕਿ ਜਦੋਂ ਤੁਸੀਂ ਜਿਹੜਾ ਦਿਨ ਮਨਾ ਰਹੇ ਹੋ, ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੀ ਕੁਰਬਾਨੀ, ਉਸ ਨੂੰ ਅਸੀਂ ਉਸ ਤੋਂ ਲਾਂਭੇ ਨਹੀਂ ਕਰ ਸਕਦੇ। ਹੁਣ ਵੀਰ ਬਾਲ ਦਿਵਸ ਜਿਹੜਾ ਕਿਹਾ ਜਾ ਰਿਹਾ, ਉਸ ਵੀਰ ਬਾਲ ਦਿਵਸ ਦੇ ਵਿੱਚ ਨਾ ਤਾਂ ਸਾਹਿਬਜ਼ਾਦਿਆਂ ਦਾ ਜ਼ਿਕਰ ਹੈ ਅਤੇ ਨਾ ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਹੈ। ਅਸੀਂ ਜੋ ਪਿਛਲੇ ਦਿਨਾਂ 'ਚ ਕੁਛ ਅਨਓਫੀਸ਼ੀਅਲ ਵਾਰਤਾ ਚੱਲੀ, ਉਹਨਾਂ ਨੇ ਉਸ ਬਾਰੇ ਸਾਤੋਂ ਜਾਣਕਾਰੀ ਵੀ ਲਈ, ਪ੍ਰਵਾਨਗੀ ਲੈਣ ਦੀ ਵੀ ਗੱਲ ਕੀਤੀ ਕਿ ਵੀਰ ਵੀ ਰੱਖਿਆ ਜਾਵੇ, ਸਾਹਿਬਜ਼ਾਦੇ ਵੀ ਰੱਖੇ ਜਾਣ, ਕੁਰਬਾਨੀ ਵੀ ਰੱਖੀ ਜਾਵੇ, ਸ਼ਹਾਦਤ ਵੀ ਰੱਖੀ ਜਾਵੇ। ਸਾਨੂੰ ਪੂਰੀ ਆਸ ਸੀ ਕਿ ਇਹ ਕੋਈ ਵੱਡਾ ਮਸਲਾ ਨਹੀਂ ਹੈਗਾ, ਕੋਈ ਬਹੁਤ ਵੱਡਾ ਮਸਲਾ ਨਹੀਂ ਗਾ, ਜਿਹਨੂੰ ਵਧੀਆ ਢੰਗ ਨਾਲ ਕੀਤਾ ਜਾ ਸਕਦਾ। ਅਸੀਂ ਵੀ ਉਸ ਗੱਲ ਲਈ ਖੁਸ਼ ਹੁੰਦੇ, ਕਿਉਂਕਿ ਵੇਖੋ ਗੱਲ ਇਹ ਆ, ਇਹ ਕਹਿੰਦੇ ਗਾਂਧੀ ਜਯੰਤੀ ਮਨਾਉਂਦੇ ਆ ਅਤੇ ਗਾਂਧੀ ਜਯੰਤੀ 'ਚ ਗਾਂਧੀ ਦਾ ਨਾਂ ਕੱਢ ਦੇਣ। ਫਿਰ ਉਹ ਵੀਰ ਸਾਵਰਕਰ ਜਿਹੜਾ ਅੰਗਰੇਜ਼ਾਂ ਦੀ ਜੇਲ੍ਹ ਦੇ ਵਿੱਚ ਮਾਫੀ ਮੰਗ ਕੇ ਬਾਹਰ ਆਇਆ, ਉਹ ਇਹਨਾਂ ਦਾ ਰਹਿਨੁਮਾ, ਉਸ ਦਾ ਦਿਨ ਵੀਰ ਸਾਵਰਕਰ ਦੇ ਨਾਂ 'ਤੇ ਕਿਉਂ ਮਨਾਇਆ ਜਾਂਦਾ?
ਇਹ ਸਾਨੂੰ ਸਮਝਾਉਂਦੇ ਆ ਪਰ ਆਪ ਇਸ ਗੱਲ ਦਾ ਖਿਆਲ ਨਹੀਂ ਕਰਦੇ। ਕਹਿੰਦੇ ਨਹੀਂ ਉਹਦੇ ਵਿੱਚ ਵੀਰ ਆ ਗਿਆ। ਅਸੀਂ ਇਸ ਗੱਲ 'ਚ ਜਿੱਦ ਨਹੀਂ ਕਰਨਾ ਚਾਹੁੰਦੇ। ਕੋਈ ਬੰਦਾ ਮਨਾ ਰਿਹਾ, ਅਸੀਂ ਉਹਨੂੰ ਮਨਾਉਣ ਤੋਂ ਹਟਾਉਣ ਨਹੀਂ ਗਏ, ਪਰ ਜੇ ਤੁਸੀਂ ਮਨਾ ਰਹੇ ਹੋ, ਜੇ ਉਹਦੀ ਕੌਮ ਹੀ ਇਸ ਗੱਲ ਲਈ ਖੁਸ਼ ਨਹੀਂ ਹੈਗੀ ਤਾਂ ਫਿਰ ਤੁਹਾਨੂੰ ਉਸ ਗੱਲ 'ਚ ਕੀ ਫਾਇਦਾ। ਅਸੀਂ ਇਹ ਦੇਖ ਰਹੇ ਹਾਂ ਵੀ ਜਾਂ ਤਾਂ ਉਹਨਾਂ ਨੂੰ ਅਣਜਾਣ ਪੁਣਾ, ਜੇ ਉਹ ਅਣਜਾਣ ਨੇ ਤਾਂ ਉਹ ਜਾਣਕਾਰੀ ਕਰਨ, ਜੇ ਜਿੱਦ ਕਰਦੇ ਨੇ ਇਹ ਮਾੜੀ ਗੱਲ ਹੈ। ਇਸ ਸਮੇਂ ਦੇ ਵਿੱਚ ਜੋ ਸਾਨੂੰ ਦਿਖਾਈ ਦਿੱਤਾ ਕਿ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਉਹਨੇ ਇਸ ਗੱਲ ਵਾਸਤੇ ਚਰਚਾ ਜ਼ਰੂਰ ਕੀਤੀ, ਪਰ ਜਿਹੜੇ ਸਾਡੇ ਬੰਦੇ ਸਿੱਖ ਆਪਣੇ ਆਪ ਨੂੰ ਚਿਹਰੇ ਜਿਹੜੇ ਬੀਜੇਪੀ ਜਾ ਕੇ ਆਪਣੇ ਆਪ ਨੂੰ ਉਹਨਾਂ ਦੇ ਵੱਡੇ ਹਮਾਇਤੀ ਬਣ ਕੇ ਉਹਨਾਂ ਦੇ ਸਾਹਮਣੇ ਭੰਗੜਾ ਪਾ ਰਹੇ ਨੇ, ਉਹਨਾਂ ਦੇ ਸਾਹਮਣੇ ਕਠਪੁਤਲੀ ਬਣ ਕੇ ਚੱਲ ਰਹੇ ਨੇ, ਉਹਨਾਂ ਬੰਦਿਆਂ ਨੇ ਇਹ ਸਾਰੇ ਕੰਮ ਦੇ ਵਿੱਚ ਅੜਿੱਕਾ ਡਾਇਆ। ਮੈਨੂੰ ਲੱਗਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਬੁਲਾਉਣ ਦਾ ਵੀ ਕਾਰਨ ਇਹੀ ਹੋ ਸਕਦਾ। ਨਹੀਂ ਜਿਹੜੀ ਬੁਲਾਇਆ ਉਹਨਾਂ ਨੇ ਸਾਰਿਆਂ ਨੂੰ ਹੀ ਆ, ਬੁਲਾਉਣ ਦੀ ਨਹੀਂ ਗੱਲ ਕਰਦਾ। ਚੰਦੂਮਾਜਰਾ ਸਾਹਿਬ ਤਾਂ ਕਿਸੇ ਨੂੰ ਬੁਲਾਇਆ ਹੀ ਨਹੀਂ। ਚਲੋ ਮੈਨੂੰ ਨਹੀਂ ਪਤਾ ਚੰਦੂਮਾਜਰਾ ਸਾਹਿਬ ਨੂੰ ਬੁਲਾਇਆ ਹੋਊਗਾ, ਸ਼੍ਰੋਮਣੀ ਕਮੇਟੀ ਨੂੰ ਸਾਨੂੰ ਚਿੱਠੀਆਂ, ਅਕਾਲੀ ਦਲ ਦੀ ਗੱਲ ਕਰ ਰਿਹਾ ਹਾਂ ਚਲੋ ਮੈਨੂੰ ਪਤਾ ਨਹੀਂ ਕਿ ਉਹਨਾਂ ਨੂੰ ਆਇਆ ਨਹੀਂ। ਜੇ ਉਹਦੇ ਵਿੱਚ ਮੈਂ ਇਹ ਗੱਲ ਕਰਦਾ ਕਿ ਜਿਵੇਂ ਹੁਣ ਕਾਲਕਾ ਜੀ ਨੇ ਟੀਵੀ ਚੈਨਲ ਤੇ ਬਹਿਸ ਹੋਈ, ਉਹਨੇ ਮੁੱਢੋਂ ਹੀ ਇਹ ਗੱਲ ਕਹਿ ਦਿੱਤੀ ਮੈਂ ਤਾਂ ਇਸ ਗੱਲ ਨੂੰ ਪ੍ਰਵਾਨ ਕਰਦਾ, ਮੈਂ ਇਹਨੂੰ ਰੱਦ ਕਿੱਦਾਂ ਕਰ ਸਕਦਾ। ਉਹ ਲੋਕ ਜਿਹੜੇ ਧਾਰਮਿਕ ਬੋਡੀ ਦੇ ਸਾਡੇ ਉੱਥੇ ਆਗੂ ਨੇ, ਉਹਨਾਂ ਨੂੰ ਚੱਲ ਸਰਸੇ ਦੀ ਤਾਂ ਗੱਲ ਕਰੀਏ ਵੀ ਉਹ ਤਾਂ ਹੁਣ ਰਾਜਨੀਤੀ ਚਲਿਆ ਗਿਆ। ਜਿਹੜੇ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਨੇ ਕਾਲਕਾ ਜੀ ਦਿੱਲੀ ਕਮੇਟੀ, ਉਹਨਾਂ ਨੂੰ ਇਸ ਗੱਲ ਦੀ ਬਿਲਕੁਲ ਹੀ ਹਯਾ ਨਹੀਂ ਆਈ ਕਿ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਚਿੱਠੀ ਲਿਖੀ ਆ। ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਚਿੱਠੀ ਲਿਖੀ ਕਿ ਤੁਸੀਂ ਜਿਹੜੀ ਦਿੱਲੀ ਕਮੇਟੀ ਆ ਇਹ ਤੁਸੀਂ ਕਿਨਾ ਸਾਹਿਬਜ਼ਾਦਾ ਸ਼ਹਾਦਤ ਦਿਵਸ ਦੇ ਤੌਰ ਤੇ ਮਨਾਓ, ਠੀਕ ਹੈ ਨਾ। ਤੇ ਉੱਤੋਂ ਇਹ ਗੱਲ ਕਹਿੰਦੇ ਆ ਵੀ ਨਹੀਂ ਅਸੀਂ ਤਾਂ ਇਸ ਗੱਲ ਲਈ ਵੀਰ ਬਾਲ ਦਿਵਸ ਲਈ ਅਸੀਂ ਤਾਂ ਸਹਿਮਤ ਹਾਂ ਪੂਰਨ ਤੌਰ ਤੇ। ਮੈਂ ਹੈਰਾਨ ਹਾਂ ਇਸ ਗੱਲ ਤੇ ਵੀ ਜਿੰਨੇ ਹੋਰ ਆਲੇ ਦੁਆਲੇ ਦੇ ਅੰਦਰ ਕੋਈ ਬੁੱਧੀਜੀਵੀ ਆ, ਕੋਈ ਹੋਇਆ ਸਾਡੇ ਨਾਲ ਵਿਚਾਰ ਨਹੀਂ ਵੀ ਮਿਲਦੇ ਹੋਣਗੇ, ਉਹਨਾਂ ਨੇ ਵੀ ਇਸ ਗੱਲ ਦੀ ਮੁਖਾਲਫਤ ਕੀਤੀ ਹੈ। ਤਾਂ ਇਹ ਗੱਲ ਕੀ ਆ ਵੀ ਜਦੋਂ ਸਾਡੇ ਲੋਕ ਸਾਡੀ ਭਾਵਨਾ ਨੂੰ ਸਮਝਦਿਆਂ ਹੋਇਆਂ ਜਾਣਬੁੱਝ ਕੇ ਦੂਜੇ ਦੀ ਝੋਲੀ ਡਿੱਗ ਕੇ ਉਹਨਾਂ ਦੀ ਖੁਸ਼ਾਮਦੀਦ ਕਰਦੇ ਆ, ਤਾਂ ਫਿਰ ਇਹ ਹਾਲਾਤ ਪੈਦਾ ਹੁੰਦੇ ਜਿਹੜੇ ਬਹੁਤ ਮਾੜੇ ਆ। ਇਹ ਉਹਨਾਂ ਲੋਕਾਂ ਦੇ ਆਉਣ ਵਾਲੇ ਭਵਿੱਖ ਵਾਸਤੇ ਬੜਾ ਵੱਡਾ ਇੱਕ ਕਾਲਾ ਟਿੱਕਾ ਵਾ ਜਿਹੜਾ ਲੈ ਨਹੀਂ ਸਕਦਾ। ਤੁਸੀਂ ਬੀਜੇਪੀ ਦੀ ਗੱਲ ਕਰ ਰਹੇ ਹੋ, ਆਪਾਂ ਗੱਲ ਕਰਦੇ ਹਾਂ ਹਰਿਆਣਾ ਕਮੇਟੀ ਦੀ। ਪਿਛਲੇ ਦਿਨੀ ਤੁਸੀਂ ਵੇਖਿਆ ਕਿ ਹਰਿਆਣਾ ਕਮੇਟੀ ਜਿਹੜੀ ਹੈਗੀ ਹੈ ਉਹ ਭੰਗ ਹੋ ਜਾਂਦੀ ਹੈ, ਫਿਰ ਉਸ ਤੋਂ ਬਾਅਦ ਨਵੀਂ ਸਰਕਾਰ ਵੱਲੋਂ ਨੋਮੀਨੇਟ ਕੀਤੀ ਜਾਂਦੀ ਹੈਗੀ ਹੈ। ਤੁਸੀਂ ਲਗਾਤਾਰ ਜਿਹੜਾ ਹੈਗਾ ਐਜੀਪੀਸੀ ਦਾ ਵਿਰੋਧ ਕਰ ਰਹੀ ਹੈਗੀ ਹੈ। ਲੱਗ ਰਿਹਾ ਕਿ ਇਸ ਦਾ ਕੋਈ ਹੱਲ ਜਿਹੜਾ ਹੈਗਾ ਉਸ ਕੋਰਟ ਦੇ ਮਾਧਿਅਮ ਦੇ ਰਾਹੀਂ ਨਿਕਲੂਗਾ, ਕਿਉਂਕਿ ਕੋਰਟ ਨੇ ਇੱਕ ਵਾਰ ਤਾਂ ਸਰਕਾਰ ਦਾ ਸਾਥ ਦਿੱਤਾ ਹੈ। ਦੇਖੋ ਜੀ, ਕੋਰਟ ਨੇ ਜਿਹੜਾ ਸਾਥ ਦਿੱਤਾ ਜਾਂ ਨਹੀਂ ਦਿੱਤਾ, ਇਹਦੀ ਬੁਨਿਆਦ ਹੁੱਡਾ ਸਾਹਿਬ ਨੇ ਇਸ ਕਰਕੇ ਰੱਖੀ ਸੀ ਕਿ ਜਿਹੜੀ ਇਹ 40 ਮੈਂਬਰੀ ਉਹਨਾਂ ਨੇ ਐਡਹੌਕ ਕਮੇਟੀ ਬਣਾਈ ਸੀ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਸੀਗੀ। ਉਹਨਾਂ ਨੇ ਝੀਂਡਾ ਸਾਹਿਬ ਨੂੰ ਨਾਲ ਲੈ ਕੇ ਨਲਵੀ ਸਾਹਿਬ ਨੂੰ ਨਾਲ ਲੈ ਕੇ ਉਹਨਾਂ ਨੇ ਕਮੇਟੀ ਦਾ ਗਠਨ ਕਰਤਾ। ਉਹਨਾਂ ਨੇ ਕਿਹਾ ਕਿ ਅਸੀਂ ਹਰਿਆਣਾ ਦੇ ਸਿੱਖਾਂ ਨੂੰ ਨੁਮਾਇੰਦਗੀ ਦੇ ਰਹੇ ਹਾਂ, ਜਦੋਂ ਕਿ ਇਹ ਬਿਲਕੁਲ ਸਰਾਸਰ ਗਲਤ ਸੀ। ਜਿਹੜਾ ਲੋਕਤੰਤਰ ਸੀ, ਜਿਹੜਾ ਸਿੱਖਾਂ ਨੇ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੋਟ ਪਾ ਕੇ 11 ਮੈਂਬਰ ਜਦੋਂ ਚੁਣੇ, ਉੱਥੇ ਉਸ ਗੱਲ ਨਾਲ ਸਿੱਧਾ ਧੱਕਾ ਸੀ। ਲੋਕਤੰਤਰ ਨੂੰ ਮਤਲਬ ਪਿੱਠ ਦਿਖਾਉਣ ਵਾਲੀ ਗੱਲ ਸੀ, ਬਹੁਤ ਮਾੜੀ ਗੱਲ ਸੀ। ਉਹਨਾਂ ਨੇ ਇਹ ਰਾਜਨੀਤੀ ਖੇਡੀ। ਉਸ ਤੋਂ ਬਾਅਦ ਜਦੋਂ ਹੁਣ ਇਲੈਕਸ਼ਨ ਆ ਰਹੀ ਆ ਤੇ ਖੱਟੜ ਸਾਹਿਬ ਕੀ ਕਰ ਰਹੇ ਨੇ? ਖੱਟੜ ਸਾਹਿਬ ਦੀ ਜਦੋਂ ਸਰਕਾਰ ਆ ਗਈ ਤੇ ਉਹਨਾਂ ਨੇ ਦਾਦੂਵਾਲ ਨੂੰ ਉੱਥੋਂ ਪ੍ਰਧਾਨ ਠੋਸ ਦਿੱਤਾ ਗਿਆ। ਤੇ ਤੁਸੀਂ ਦੇਖੋ ਕਿ 2 ਸਾਲ ਉੱਥੋਂ ਦੀ ਗੋਲਕ ਦੀ ਜਿਹੜਾ ਪੈਸੇ ਦੇ ਤੇਲ ਉਹ ਘੁਮਾਉਂਦਾ ਰਿਹਾ ਤੇ ਸਿਰਫ ਕਿਨਾ ਖੱਟੜ ਸਾਹਿਬ ਨੂੰ ਗੁਲਦਸਤੇ ਦਿੰਦਾ ਰਿਹਾ, ਤੇ ਕੋਈ ਉਹਨੇ ਉਹੋ ਜਿਹੀ ਗੱਲ ਨਹੀਂ ਕੀਤੀ। ਬੀਜੇਪੀ ਜਿੰਦਾਬਾਦ ਕਰਦਾ ਰਿਹਾ, ਪਰ ਅਖੀਰ ਕੀ ਹੋ ਗਿਆ? ਅਖੀਰ ਇਹ ਗੱਲ ਬਣ ਗਈ ਕਿ ਉਹ ਖੱਟੜ ਨੇ ਉਹਨੂੰ ਉਹ ਕਹਿੰਦੇ ਹੁੰਦੇ ਜਿਵੇਂ ਮੱਖਣ 'ਚੋਂ ਬਾਲ ਕੱਢ ਕੇ ਛੱਡਦੇ ਆ, ਉਹ ਕੱਢ ਕੇ ਬਾਹਰ ਮਾਰਿਆ, ਠੀਕ ਹੈ ਨਾ ਜੀ। ਜਦੋਂ ਕਿ ਝਿੰਡੇ ਹੋਣਾ ਨੇ ਕਿਹਾ ਵੀ ਅਸੀਂ ਇਹਨੂੰ ਮੰਨਦੇ ਨਹੀਂ, ਲੜਾਈ ਹੋ ਗਈ। ਗੱਲ ਇਹ ਕੀਤੀ ਸੀ, ਕਹਿੰਦੇ ਸੇਵਾ ਕਰਨੀ ਆ ਹਰਿਆਣੇ ਦੇ ਸਿੱਖਾਂ ਨੇ, ਤੇ ਹਰਿਆਣੇ ਦੇ ਸਿੱਖਾਂ ਦੇ ਜੂਤ ਪਧਾਣਾ ਇਹੋ ਜਿਹਾ ਕੀਤਾ ਤੇ ਆਪਸ ਵਿੱਚ ਪੱਗਾਂ ਲਵਾਤੀਆਂ। ਅੱਜ ਦੇ ਸਮੇਂ 'ਚ ਹਰਿਆਣੇ ਦੇ ਜਿਹੜੇ ਸਿੱਖ ਨੇ 5% ਨੂੰ ਛੱਡ ਕੇ 95% ਸਿੱਖ ਬੀਜੇਪੀ ਨੂੰ ਉਹ ਜੁੱਤੀਆਂ ਮਾਰਨਗੇ ਜਿਹੜਾ ਬੀਜੇਪੀ ਯਾਦ ਰੱਖੇਗੀ, ਉਹਨਾਂ ਨੂੰ ਨਾਨੀ ਯਾਦ ਕਰਾ ਦੇਣਗੇ ਸਿੱਖ, ਕਿਉਂਕਿ ਉਹਨਾਂ ਨਾਲ ਫਰੇਬ ਕਰ ਰਹੇ ਨੇ, ਉਹਨਾਂ ਦੇ ਧਰਮ 'ਚ ਦਖਲ ਦੇ ਰਹੇ ਨੇ। ਪਹਿਲਾਂ ਉਹਨਾਂ ਨੂੰ ਇਸ ਗੱਲ 'ਤੇ ਵਗਲਾਇਆ ਗਿਆ ਕਿ ਅਸੀਂ ਤੁਹਾਨੂੰ ਸੇਵਾ ਦੇ ਰਹੇ ਹਾਂ। ਸੇਵਾ ਤਾਂ ਸ਼੍ਰੋਮਣੀ ਕਮੇਟੀ ਦਿੰਦੀ ਆ। ਹਰ ਵਾਰ ਸੀਨੀਅਰ ਮੀਤ ਪ੍ਰਧਾਨ ਸਾਡੇ ਹਰਿਆਣੇ ਵਿੱਚੋਂ ਆਉਂਦੇ ਨੇ, ਫਿਰ ਅੰਤਰ ਕਮੇਟੀ ਮੈਂਬਰ ਆਉਂਦੇ ਨੇ। ਅਸੀਂ ਇਹਦੇ ਨਾਲ ਕੀ ਕੀਤਾ ਕਿ ਬੀਜੇਪੀ ਦੀ ਮਨਸ਼ਾ ਵਾ ਕਿ ਸਿੱਖਾਂ ਦੀ ਸੰਸਥਾ ਜਿਹੜੀ ਸ਼੍ਰੋਮਣੀ ਕਮੇਟੀ ਉਹਨੂੰ ਤੋੜਿਆ ਜਾਵੇ, ਉਹਨੂੰ ਕਮਜ਼ੋਰ ਕੀਤਾ ਜਾਵੇ। ਹਰਿਆਣਾ ਵਾਲੇ ਜਿੰਨੇ ਸਾਰੇ ਉਹਨਾਂ ਦੇ ਭਗਵਾਂ ਚੜਾਤਾ, ਉਹ ਸਾਰੇ ਕਿਨਾ ਅਕਾਲੀ ਦਲ ਦੀ ਸੀਟ 'ਤੇ ਜਿੱਤ ਕੇ ਤੇ ਸਾਰੇ ਉੱਥੇ ਚਲੇ ਗਏ ਨੇ, ਤੇ ਉੱਥੇ ਜਾ ਕੇ ਕੀ ਗੁਲ ਖਿਲਾ ਰਹੇ ਨੇ। ਅਸੀਂ ਤਾਂ ਕਹਿ ਰਹੇ ਹਾਂ ਕਿ ਕਾਂਗਰਸ ਇਸ ਰਾਹ ਤੁਰੀ ਸੀ, ਬੀਜੇਪੀ ਇਸ ਮਾੜੇ ਰਾਹ 'ਤੇ ਤੁਰ ਪਈ ਆ। ਸਿੱਖਾਂ ਨਾਲ ਟਕਰਾ ਰਹੀ, ਸਿੱਖਾਂ ਦੇ ਧਰਮ ਦੇ ਅੰਦਰ ਦਖਲ ਦੇ ਰਹੀ ਆ। ਸਿੱਖ ਕਦੋਂ ਕਿਸੇ ਦੇ ਧਰਮ ਅੰਦਰ ਦਖਲ ਦਿੰਦਾ ਜੀ?
ਕਦੇ ਕਿਸੇ ਦੀ ਮਸਜਿਦ ਦੇ ਵਿੱਚ, ਕਿਸੇ ਗਿਰਜੇ ਦੇ ਵਿੱਚ, ਕਿਸੇ ਮੰਦਿਰ ਦੇ ਵਿੱਚ ਸਿੱਖ ਨੇ ਕਿਹਾ ਕਿ ਇਹ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ? ਐਡਾ ਵੱਡਾ ਲੋਕਤੰਤਰ ਕਿਸੇ ਦੁਨੀਆ ਦੇ ਵਿੱਚ ਇੱਕੋ ਸਿੱਖ ਧਰਮ ਕੋਲੇ ਆ, ਤੇ ਉਸ ਲੋਕਤੰਤਰ ਨੂੰ ਖਤਮ ਕਰਕੇ ਕੀ ਕਰਨਾ ਚਾਹੁੰਦੇ ਆ? ਠੋਸਣਾ ਚਾਹੁੰਦੇ ਆ। ਤੇ ਠੋਸਤਾ ਉਹਨਾਂ ਨੇ, ਤੇ ਠੋਸੇ ਦਾ ਜਵਾਬ ਕੀ ਮਿਲਿਆ? ਅੱਧੇ ਲੋਕ ਇਹੋ ਜਿਹੇ ਆ ਗਏ ਜਿਨ੍ਹਾਂ ਨੇ ਅੰਮ੍ਰਿਤ ਵੀ ਨਹੀਂ ਛਕਿਆ ਹਰਿਆਣੇ ਦੇ ਵਿੱਚ। ਇਹ ਬਹੁਤ ਮਾੜੀ ਗੱਲ ਆ। ਇਹ ਬੁਖਲਾ ਚੁੱਕੀ ਆ ਬੀਜੇਪੀ, ਸਿੱਖਾਂ ਨਾਲ ਟੱਕਰ ਲੈ ਰਹੀ ਆ। ਤੇ ਮੈਂ ਤਾਂ ਕਹਿ ਦਿੰਦਾ ਤੁਹਾਡੇ ਚੈਨਲ ਰਾਹੀਂ ਕਿ ਉਹਦੇ ਦਿਨ ਜਿਹੜੇ ਆ ਉਹ ਬੀਤ ਜਾ ਰਹੇ ਆ। ਆਉਣ ਵਾਲਾ ਸਮਾਂ ਜਿਹੜਾ ਉਹਨਾਂ ਵਾਸਤੇ ਬੜਾ ਚੰਗਾ ਨਹੀਂ ਹੈਗਾ। ਮੇਰਾ ਆਖਰੀ ਸਵਾਲ ਹੈ ਕਿ ਲੋਕਤੰਤਰ ਦੀ ਤੁਸੀਂ ਗੱਲ ਕੀਤੀ ਹੈ, ਗੱਲ ਕਰੀਏ ਇੱਕ ਪਾਸੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਜਿਹੜੀ ਹੈ ਉਹ ਸਜ਼ਾ ਮਾਫੀ ਹੋ ਜਾਂਦੀ ਹੈ, ਉਹ ਘਰਾਂ ਨੂੰ ਪਰਤ ਜਾਂਦੇ ਨੇ। ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਅਕਾਲ ਤਖ਼ਤ ਸਾਹਿਬ ਤੋਂ ਵੀ ਜਿਹੜਾ ਹੈਗਾ ਕਿਹਾ ਜਾਂਦਾ ਹੈ, ਐਜੀਪੀਸੀ ਲਗਾਤਾਰ ਪੋਸਟਰਾਂ ਦੇ ਰਾਹੀਂ ਵੀ ਕਹਿ ਰਹੀ ਹੈ, ਖੁਦ ਚਿੱਠੀਆਂ ਵੀ ਲਿਖੀਆਂ ਜਾ ਰਹੀਆਂ ਕਿ ਲੱਗ ਰਿਹਾ ਕਿ ਇਸ ਨੂੰ ਲੈ ਕੇ ਕੋਈ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ, ਕਿਉਂਕਿ ਵਿਦੇਸ਼ਾਂ 'ਚ ਬੈਠੇ ਜਿਹੜੇ ਸਿੱਖ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਇਸ ਨੂੰ ਲੈ ਕੇ ਐਜੀਪੀਸੀ ਕੀ ਕਰ ਰਹੀ ਹੈ। ਦੇਖੋ ਜੀ, ਹੁਣ ਤੱਕ ਅਸੀਂ ਚਲੋ ਜਿਹਨੇ ਵੀ ਕੀਤਾ ਉਹਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਅੱਜ ਤੱਕ ਜੋ ਵੀ ਕੁਝ ਕਰ ਰਹੀ ਆ ਉਹ ਐਸਜੀਪੀਸੀ ਕਰ ਰਹੀ ਆ। ਜਦੋਂ ਦੇ ਕੇਸ ਚੱਲ ਰਹੇ ਉਹ ਕੇਸ ਲੜ ਰਹੀ ਨੇ, ਮਤਲਬ ਇਹ ਹੁਣ ਦੇ ਨਹੀਂ ਇਹ ਕੰਮ ਕਰ ਰਹੀ। 84 ਦਾ ਮੈਂ ਉਸ ਗੱਲ ਦਾ ਗਵਾਹ ਹਾਂ ਕਿ ਸਾਡੇ ਤੇ ਜਿਹੜਾ ਜੋਧਪੁਰ ਦੀਆਂ ਜੇਲ੍ਹਾਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਕੋਈ ਬੰਦੀ ਸਿੰਘ ਆ, ਜਿਹੜੇ ਵੀ ਇਹ ਸਾਡੇ ਮਹਾਨ ਯੋਧੇ ਆ ਜਿਨ੍ਹਾਂ ਨੇ ਸੰਘਰਸ਼ ਲਈ ਸਿੱਖਾਂ ਦੇ ਹੱਕਾਂ ਲਈ ਲੜਾਈ ਲੜੀ, ਉਹਨਾਂ ਦੇ ਸਾਰੇ ਕੇਸ ਲੜ ਰਹੀ, ਉਹਨਾਂ ਦੀ ਜੇਲ੍ਹਾਂ ਵਿੱਚ ਉਹਨਾਂ ਦੇ ਰਾਸ਼ਨ ਵੀ ਪਹੁੰਚ ਰਿਹਾ, ਸਭ ਕੁਝ ਹੋ ਰਿਹਾ। ਸੋ ਇਹ ਸਾਰਾ ਕੁਝ ਕੀਤਾ ਜਾ ਰਿਹਾ। ਕਿੰਨੀ ਵਾਰ ਸ਼੍ਰੋਮਣੀ ਕਮੇਟੀ ਨੇ ਮੁਹਿੰਮ ਚਲਾਈ, ਤੁਸੀਂ ਦੇਖੋ ਕਿ ਕਿੰਨੀ ਮਤਲਬ ਇਹ ਹਯਾ ਜਿਹੜੀ ਆ ਉਹ ਛੱਡ ਚੁੱਕੀ ਆ, ਹਯਾ ਗਵਾ ਚੁੱਕੀ ਆ, ਅੰਡਠ ਕਰ ਚੁੱਕੀ ਆ ਬੀਜੇਪੀ। ਕਿ ਕਿੰਨੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪੱਤਰ ਲਿਖਿਆ ਕਿ ਅਸੀਂ ਇਹਦੇ ਬਾਰੇ ਵਿਚਾਰ ਕਰਨੀ ਚਾਹੁੰਦੇ ਹਾਂ। ਰਾਸ਼ਟਰਪਤੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ, ਆਪਣੇ ਜਿਹੜਾ ਅਮਿਤ ਸ਼ਾਹ ਨੂੰ, ਇਹਨਾਂ ਨੂੰ ਅਸੀਂ ਪਾ ਰਹੇ, ਸਾਨੂੰ ਮਿਲਣ ਦਾ ਟਾਈਮ ਨਹੀਂ ਦੇ ਰਹੇ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਮਨਸ਼ਾ ਸਿੱਖਾਂ ਪ੍ਰਤੀ ਸਹੀ ਨਹੀਂ ਹੈਗੀ। ਤੇ 300 ਸਾਲਾਂ ਸਾਢੇ 300 ਸਾਲਾਂ ਵੇਲੇ ਗੁਰੂ ਨਾਨਕ ਪ੍ਰਕਾਸ਼ ਦੇ ਪ੍ਰਕਾਸ਼ ਪੁਰਬ ਦੀ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ। ਨੋਟੀਫਿਕੇਸ਼ਨ ਐਵੇਂ ਨਹੀਂ ਹੁੰਦਾ, ਇੱਕ ਕਾਗਜ਼ ਨਹੀਂ ਹੁੰਦਾ ਗਾ, ਉਹ ਸਰਕਾਰ ਦੀ ਪਾਲਿਸੀ ਹੁੰਦੀ ਹੈ। ਸੋ ਮੋਦੀ ਐਲਾਨ ਕਰਦਾ ਉੱਥੇ, ਅਸੀਂ ਕਿਤੇ ਕਹਿਣ ਗਏ ਸੀ ਵੀ ਤੂੰ ਇੱਥੇ ਐਲਾਨ ਕਰਾ ਕੇ, ਉਹਨੇ ਆਪਦੀ ਬੱਲੇ ਬੱਲੇ ਖੱਟੀ ਤੇ ਉਹ ਤੋਂ ਯੂ ਟਰਨ ਮਾਰਿਆ ਤੇ ਝੂਠਾ ਨਿਕਲਿਆ ਉਹ। ਤੇ ਅੱਜ ਜਦੋਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਵਿੱਚ, ਜਦੋਂ ਅਸੀਂ ਰਿਟ ਪਾਈ ਤਾਂ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਇਹ ਕਹਿ ਰਹੀ ਆ ਕਿ ਸਿੱਖਾਂ ਤੋਂ ਖਤਰਾ। ਹੁਣ ਸਿੱਖਾਂ ਤੋਂ ਖਤਰਾ ਬਣ ਗਿਆ। ਤੇ ਚੀਨ ਦੇ ਵਿੱਚ ਕਿਹਨੇ ਇਹਨਾਂ ਦੀ ਅੱਜ ਹੀ ਮੈਂ ਪੜ੍ਹ ਰਿਹਾ ਸੀ, ਮੈਂ ਧੰਨਵਾਦ ਕਰਦਾ ਜੋਗੀ ਸਾਹਿਬ ਦਾ, ਜਿਹਨੇ ਕਿਹਾ ਕਿ ਸਿੱਖਾਂ ਨੇ ਉੱਥੇ ਹਿੰਦੁਸਤਾਨ ਦੀ ਇੱਜ਼ਤ ਬਚਾਈ। ਅੱਜ ਅਖਬਾਰਾਂ ਦੀ ਸੁਰਖੀ ਆ। ਇਸ ਗੱਲ ਦੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਕਿ ਇਸ ਦੇਸ਼ ਨੂੰ ਬਚਾਉਣ ਵਾਸਤੇ ਜੇ ਕੁਝ ਹੋ ਸਕਦਾ ਤੇ ਸਿੱਖ ਹੀ ਬਚਾਉਣਗੇ। ਅੱਜ ਵੀ ਸਿੱਖ ਬਚਾ ਰਹੇ ਨੇ ਤੇ ਫਿਰ ਇਹਨਾਂ ਨੂੰ ਹੋਸ਼ ਨਹੀਂ ਆ ਰਹੀ, ਉੱਥੇ ਰਾਜਨੀਤੀ ਕਰ ਰਹੇ ਨੇ। ਸੋ ਇਹ ਮਾੜੀ ਗੱਲ ਆ। ਇਹ ਜਿਸ ਪਾਸੇ ਬੀਜੇਪੀ ਤੁਰੀ ਹੋਈ ਆ, ਸੋ ਜਿਹੜਾ ਇੱਕ ਹਿਊਮਨ ਰਾਈਟਸ ਆ, ਜੇ ਕਿ ਨਾ ਬਿਲਕਿਸ ਬਾਨੋ ਦੇ ਇੱਕ ਹਿੰਦੂ ਔਰਤ ਦੇ ਕਾਤਲ ਜਿਹੜੇ ਆ, ਬਲਾਤਕਾਰੀ ਜਿਹੜੇ ਆ, ਉਹਨਾਂ ਨੂੰ ਇਸ ਕਰਕੇ ਰਿਹਾਅ ਕਰ ਦਿੰਦਾ 15 ਅਗਸਤ ਨੂੰ ਕਿ ਇਹਨਾਂ ਦਾ ਚਾਲ ਚੱਲਣ ਚੰਗਾ। ਉਹ ਦੱਸੋ ਸਮਾਜ 'ਚ ਆ ਕੇ ਕੀ ਦਿਖਾ ਰਹੇ ਨੇ? ਮੈਂ ਤਾਂ ਹੈਰਾਨ ਆ। ਬੀਜੇਪੀ ਦੇ ਸ਼ਰਮ ਆਉਣੀ ਚਾਹੀਦੀ ਆ। ਇਸ ਬੀਜੇਪੀ ਦੇ ਵਿੱਚ ਜਿਹੜੀਆਂ ਔਰਤਾਂ ਨੇ ਕਿ ਉਹ ਜਾ ਕੇ ਉਹਨੂੰ ਤਿਲਕ ਕਰ ਰਹੀਆਂ ਨੇ, ਇੱਕ ਬਲਾਤਕਾਰੀ ਨੂੰ ਤਿਲਕ ਕਰ ਰਹੀਆਂ ਨੇ। ਇਹ ਕਿਹੜੇ ਸੰਸਕਾਰ ਦੀ ਗੱਲ ਕਰਦੇ ਨੇ? ਇਸ ਕਿਹੜੇ ਸੱਭਿਆਚਾਰ ਦੀ ਗੱਲ ਕਰਦੇ ਨੇ? ਕਹਿੰਦੇ ਜੀ ਹਿੰਦੁਸਤਾਨ ਦੇ ਜਿਹੜਾ ਸੰਸਕਾਰੀ ਆ, ਕਿਹੜੇ ਸੰਸਕਾਰ ਦੀ ਗੱਲ ਕਰਦੇ? ਸੋ ਬੜੀ ਮਾੜੀ ਗੱਲ ਆ। ਇਹ ਸਿੱਖਾਂ ਨਾਲ ਸਿੱਧੇ ਤੌਰ ਤੇ ਵਿਤਕਰਾ। ਅਸੀਂ ਦੂਜੇ ਦਰਜੇ ਦਾ ਵੀ ਨਾ ਕਹੀਏ ਤਾਂ ਪਤਾ ਨਹੀਂ ਕਿਹੜਾ ਦਰਜਾ ਸਾਡੇ। ਇਸ ਦੇ ਪਿੱਛੇ ਤੁਸੀਂ ਇਹ ਕਾਰਨ ਤਾਂ ਨਹੀਂ ਸਮਝਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਹਿਲਾਂ ਗੱਠਜੋੜ ਸੀ, ਉਦੋਂ ਤਾਂ ਜਿਵੇਂ ਅਕਾਲੀ ਦਲ ਕਹਿੰਦੀ ਰਹੀ ਭਾਈਵਾਲ ਪਾਰਟੀ ਸੀ, ਉਵੇਂ ਹੁੰਦਾ ਰਿਹਾ, ਬਟ ਹੁਣ ਜਿਹੜਾ ਹੈਗਾ ਗੱਠਜੋੜ ਟੁੱਟ ਗਿਆ ਹੈਗਾ, ਤੇ ਉਸ ਦਾ ਵੀ ਅਸਰ ਜਿਹੜਾ ਹੈਗਾ ਕਿਤੇ ਨਾ ਕਿਤੇ ਦਿਖਦਾ ਹੈ। ਦੇਖੋ, ਇਹ ਸਾਰੀ ਗੱਲ ਦਾ ਕਾਰਨ ਅਸੀਂ ਇਹ ਦੇਖਦੇ ਹਾਂ, ਬੀਜੇਪੀ ਅਕਾਲੀ ਦਲ ਦਾ ਗੱਠਜੋੜ ਦੇ ਇਲਾਵਾ ਜਿਹੜਾ ਸਿੱਖਾਂ ਨੇ ਇੱਕ ਬਹੁਤ ਬੜਾ ਰੈਕਟ ਦਿੱਤਾ ਜਿਹੜੇ ਕਿਸਾਨ ਬਿੱਲਾਂ ਦਾ, ਉਸ ਬਿੱਲਾਂ ਦੀ ਜਿਹੜੀ ਵਿਰੋਧਤਾ ਹੋਈ ਤੇ ਇਹਨਾਂ ਨੂੰ ਗੋਡੇ ਟੇਕਣੇ ਪਏ। ਤੇ ਕੁੱਲ ਦੁਨੀਆ ਦੇ ਅੰਦਰ ਕਿੱਥੇ ਮੋਦੀ ਜਿੰਦਾਬਾਦ ਹੁੰਦਾ ਤੇ ਮੋਦੀ ਮੁਰਦਾਬਾਦ ਹਰ ਦੇਸ਼ 'ਚ ਹੋਇਆ। ਉਸ ਗੱਲ ਦਾ ਇਹ ਬਦਲਾ ਲੈ ਰਹੇ ਨੇ। ਪਰ ਇਹ ਗਲਤ ਰਾਹ ਤੁਰ ਪਏ ਨੇ। ਇਹਨਾਂ ਨੂੰ ਸਿੱਖਾਂ ਦੇ ਨਾਲ ਬਹਿ ਕੇ ਗੱਲ ਕਰਨੀ ਚਾਹੀਦੀ ਹੈ, ਨਾ ਕਿ ਸਿੱਖਾਂ ਨਾਲ ਟਕਰਾਉਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। A South Asian Canadian channel.